निजी ਹਸਪਤਾਲਾਂ ਲਈ ਕੋਵਿਡ ਟੀਕੇ ਦੀਆਂ ਕੀਮਤਾਂ ਤੈਅ ਕਰਨ ਦਾ ਬਲਵੀਰ ਸਿੱਧੂ ਦੀ ਪ੍ਰਤੀਕਿਰਿਆ ਕਿਹਾ ਕੇਂਦਰ ਸਰਕਾਰ ਨੇ ਬਿਨਾਂ ਸੂਝ-ਬੂਝ ਤੋਂ ਅਤੇ ਦੇਰੀ ਨਾਲ ਲਿਆ ਫੈਸਲਾ। ਡੀਜੀਪੀ ਦਿਨਕਰ ਗੁਪਤਾ ਨੇ ਕੀਤੀ ਪ੍ਰੈਸ ਕਾਨਫਰੰਸ। ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਬਾਰੇ ਦੱਸੀ ਸਾਰੀ ਚਰਚਾ ਤੇ ਦੱਸਿਆ ਕਿ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਦਿੱਤਾ ਘਟਨਾ ਨੂੰ ਅੰਜਾਮ। ਸਰਕਾਰ ਦੁਆਰਾ ਫਸਲਾਂ ਦੇ ਵਧਾਏ ਗਏ ਰੇਟਾਂ ਬਾਰੇ ਬੋਲੇ ਰਕੇਸ਼ ਟਕੈਤ। ਦੱਸਿਆ ਕਿ ਮਮਤਾ ਬੈਨਰਜੀ ਨਾਲ ਕਿਹਨਾਂ ਮੁੱਦਿਆਂ ਤੇ ਕੀਤੀ ਚਰਚਾ ਤੇ ਦੱਸਿਆ ਕਿ ਦੇਸ਼ ਮੌਜੂਦਾ ਵਿਰੋਧੀ ਧਿਰ ਹੈ ਅਣਹੋਂਦ। ਪੰਜਾਬ 'ਚ ਝੋਨੇ ਦੀ ਲਵਾਈ ਦਾ ਸੀਜ਼ਨ ਅੱਜ ਤੋਂ ਹੋਵੇਗਾ ਸ਼ੁਰੂ। ਸਰਕਾਰ ਨੇ ਕੀਤੇ ਪੁਖਤਾ ਇੰਤਜ਼ਾਮ ਤੇ ਸੂਬੇ 'ਚ 30 ਲੱਖ ਤੋਂ ਵੱਧ ਹੈਕਟਰ ਝੋਨਾ ਹੇਠ ਆਉਣ ਦੀ ਅਨੁਮਾਨ। ਸਤਿ ਸ਼੍ਰੀ ਅਕਾਲ ਜੀ। ਐਨਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਨਪ੍ਰੀਤ ਸਿੰਘ ਗਿੱਲ ਸਵਾਗਤ ਕਰਦਾ ਤੇ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੇ ਬੁਲਟਨ ਦੀ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿਖੇ ਕੋਵਿਡ ਟੀਕਿਆਂ ਦੀ ਕੀਮਤਾਂ ਨੂੰ ਲੈ ਕੇ ਤੈਅ ਕਰਨ ਦੇ ਫੈਸਲਾ ਜੋ ਕੇਂਦਰ ਸਰਕਾਰ ਤੋਂ ਬਿਨਾਂ ਸੂਝ-ਬੂਝ ਤੋਂ ਅਤੇ ਦੇਰੀ ਦੇ ਨਾਲ ਗਿਆ ਹੈ ਤੇ ਟੀਕਿਆਂ ਦੀਆਂ ਵਾਧੂ ਕੀਮਤਾਂ ਤੇ ਰੋਕ ਲਗਾਉਣ ਤੇ ਕੇਂਦਰ ਸਰਕਾਰ ਦੇ ਹਾਲ ਹੀ ਦੇ ਵਿੱਚ ਲਏ ਗਏ ਫੈਸਲੇ ਤੇ ਪ੍ਰਤੀਕਿਰਿਆ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਨਿੱਜੀ ਹਸਪਤਾਲਾਂ ਨੇ ਟੀਕਾਕਰਨ ਜ਼ਰੀਏ ਪਹਿਲਾਂ ਹੀ ਭਾਰੀ ਮੁਨਾਫਾ ਕਮਾ ਲਿਆ ਹੈ, ਜਦਕਿ ਭਾਜਪਾ ਨੇਤਾਵਾਂ ਦੇ ਝੂਠੇ ਦੋਸ਼ ਲਾਏ ਹਨ ਕਿ ਪੰਜਾਬ ਸਰਕਾਰ ਨਿੱਜੀ ਹਸਪਤਾਲਾਂ ਨੂੰ ਟੀਕੇ ਸਪਲਾਈ ਕਰਕੇ ਮੁਨਾਫਾ ਕਮਾ ਰਹੀ ਹੈ। ਤੇ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਕੋਵਾਸ਼ੀਲਡ ਟੀਕਾ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਪ੍ਰਾਪਤ ਕਰ ਰਹੀ ਹੈ, ਜਦੋਂ ਕਿ ਸੂਬਾ ਸਰਕਾਰ ਨੂੰ ਇਸ ਦੇ ਲਈ GST ਸਮੇਤ 315 ਰੁਪਏ ਅਦਾ ਕਰਨੇ ਪੈ ਰਹੇ ਹਨ। ਤੇ ਸਿਹਤ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਉਹਨਾਂ ਦੀ ਇੱਕ ਸਲਾਹ ਹੈ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਕੋਰੋਨਾ ਦੇ ਮੁਫਤ ਟੀਕੇ ਲਗਾਏ ਜਾਣੇ ਚਾਹੀਦੇ ਹਨ। ਪੰਜਾਬ ਦੇ ਵਿੱਚ ਭਲਕੇ 10 ਜੂਨ ਤੋਂ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਸੂਬਾ ਸਰਕਾਰ ਦੇ ਵੱਲੋਂ ਖੇਤੀ ਟਿਊਬਲਾਂ ਦੇ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਅਤੇ ਝੋਨੇ ਦੀ ਸਫਲਤਾਪੂਰਵਕ ਲਵਾਈ ਲਈ ਲੋੜੀਂਦਾ ਪਾਣੀ ਦੀ ਸਪਲਾਈ ਦੇ ਲਈ ਲੋੜੀਂਦਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਇਸ ਸਾਲ ਕੁੱਲ 30.20 ਲੱਖ ਹੈਕਟਰ ਰਕਬਾ ਝੋਨੇ ਦੇ ਹੇਠ ਆਵੇਗਾ ਤੇ ਉਹਨਾਂ ਇਹ ਵੀ ਦੱਸਿਆ ਕਿ ਇਸ ਸਾਲ ਕੁੱਲ ਰਕਬੇ ਦੇ ਵਿੱਚ 10 ਲੱਖ ਹੈਕਟਰ ਰਕਬਾ ਝੋਨੇ ਦੀ ਸਿੱਧੀ ਬਿਜਾਈ ਦੇ ਹੇਠ ਲਿਆਉਣ ਦਾ ਟੀਚਾ ਵੀ ਮਿਥਿਆ ਗਿਆ ਹੈ, ਜਿਸ ਦੀ ਬਿਜਾਈ ਪਹਿਲੇ ਹੀ ਚੱਲ ਰਹੀ ਹੈ, ਜਿਸ ਲਈ ਲੋੜੀਂਦਾ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਤੇ ਉਹਨਾਂ ਦੱਸਿਆ ਕਿ ਝੋਨੇ ਦੀ ਲਵਾਈ ਤੋਂ ਬਾਅਦ ਕਿਸਾਨਾਂ ਨੂੰ ਖਾਦਾਂ ਅਤੇ ਕੀਟਨਾਸ਼ਕਾਂ ਦੀ ਲੋੜ ਪੈਂਦੀ ਹੈ, ਜਿਸ ਲਈ ਖੇਤੀਬਾੜੀ ਵਿਭਾਗ ਨੇ ਇਸ ਦੇ ਪੁਖਤਾ ਇੰਤਜ਼ਾਮ ਵੀ ਕਰ ਲਏ ਹਨ। ਤੇ ਡਾਇਰੈਕਟਰ ਨੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਸੰਬੰਧਿਤ ਲੋਕਾਂ ਨੂੰ ਕੋਵਿਡ ਦੀ ਮਹਾਮਾਰੀ ਦੇ ਸਮੇਂ ਵਿੱਚ ਸਿਹਤ ਸੁਰੱਖਿਆ ਨਾਲ ਜੁੜੇ ਸਾਰੇ ਇਸਤਿਹਾਤ ਵਰਤਣ ਦੀ ਅਪੀਲ ਕੀਤੀ ਹੈ। ਸਰਕਾਰ ਦੁਆਰਾ ਫੈਸਲਾ ਲਿਆ ਗਿਆ ਕਿ ਵਿਦੇਸ਼ਾਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਵੈਕਸੀਨ ਦੀ ਦੂਸਰੀ ਡੋਜ਼ ਦੇ ਲਈ ਜੋ ਪਹਿਲਾਂ 84 ਦਿਨ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਉਸ ਨੂੰ ਘਟਾ ਕੇ 28 ਦਿਨ ਦਾ ਕਰ ਦਿੱਤਾ ਗਿਆ ਹੈ। ਤੇ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਵਿਦੇਸ਼ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਖੁਸ਼ ਨਜ਼ਰ ਆ ਰਹੇ ਹਨ ਤੇ ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਹੈ, ਇਸ ਦੇ ਨਾਲ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਵੇਗਾ ਤੇ ਨਾਲ ਹੀ ਉਹ ਛੇਤੀ ਵਾਪਸ ਵਿਦੇਸ਼ ਵੀ ਜਾ ਸਕਣਗੇ। ਤੇ ਇਸ ਦੌਰਾਨ ਵਿਦਿਆਰਥੀਆਂ ਨੇ ਕੀ ਪ੍ਰਤੀਕਿਰਿਆ ਦਿੱਤੀ ਤੁਹਾਨੂੰ ਸੁਣਾਉਂਦੇ ਹਾਂ। Because before the mandate said that you have to wait 3 months to get your second dose, and because of that I was not able to travel back to Canada as soon as possible I wanted. But now the government said that you can get in 28 days, and that makes me very happy because for some people also they have already paid their tuition fees and their accommodations, and that won't weigh down on them right now. They can go back as soon as the session starts, and I think that's a very good thing that they're talking about. So basically, I already took my September intake. I paid my tuition fee and everything. So there was this rule that after your first dose, I've already taken my first dose of Covishield. So according to the government, it was 3 months. So after that, I'll get the certificate after 3 months. So I was like, I'm going to lose my lot of time on this only. I think it's a very plus point for the international students that this new verdict has come from the government. So it's easy for us to, get the second dose as soon as possible and get our certificates so that we can go abroad and study and save on our time. So I think government has taken a very positive initiative for the international students. This will help, like I have taken my first dose.
And now I can take the second dose early, like in 28 days. Earlier it was 3 months, which was a very long span, and we were uncertain about travel. Now we can just travel after taking vaccine in 28 days. So it's a very good initiative. I would. Actually, recently I took my first dose of Covishield, and I'm very happy that the government takes the initiative in favor of the international students, because I think it will help a lot. Because earlier the time gap was 82 days, now it has reduced to 28 days. So it will be very helpful. ਪੰਜਾਬ ਸਰਕਾਰ ਵੱਲੋਂ ਬਦਲੀਆਂ ਤੇ 20 ਜੂਨ ਤੱਕ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਪਰਸੋਨਲ ਵਿਭਾਗ ਦੇ ਵੱਲੋਂ 30 ਅਪ੍ਰੈਲ 2021 ਨੂੰ ਪੰਜਾਬ ਰਾਜ ਦੇ ਵਿਭਾਗਾਂ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਦਾ ਸਮਾਂ 31 ਮਈ 2021 ਤੱਕ ਰੱਖਿਆ ਗਿਆ ਸੀ ਤੇ ਉਹਨਾਂ ਅੱਗੇ ਦੱਸਿਆ ਕਿ 27 ਮਈ 2021 ਨੂੰ ਇੱਕ ਹੋਰ ਪੱਤਰ ਦੇ ਰਾਹੀਂ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਬਦਲੀਆਂ ਦੀ ਮਿਤੀ 5 ਜੂਨ ਕਰ ਦਿੱਤੀ ਗਈ ਸੀ ਅਤੇ ਹੁਣ ਸਰਕਾਰ ਦੇ ਵੱਲੋਂ ਇਸ ਮਾਮਲੇ ਤੇ ਮੁੜ ਵਿਚਾਰਦੇ ਹੋਏ ਇਸ ਫੈਸਲਾ ਲਿਆ ਗਿਆ ਕਿ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਬਦਲੀਆਂ ਨੇ ਜੋ 20 ਜੂਨ 2021 ਤੱਕ ਮੁਕੰਮਲ ਹੋ ਜਾਣਗੀਆਂ ਤੇ ਬੁਲਾਰੇ ਦੇ ਅਨੁਸਾਰ ਜਿਹੜੀਆਂ ਪ੍ਰਬੰਧਕੀ ਵਿਭਾਗਾਂ ਦੇ ਵੱਲੋਂ ਬਦਲੀਆਂ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਉਹ ਵੀ 20 ਜੂਨ 2021 ਤੱਕ ਹੀ ਰੱਖੀਆਂ ਜਾਣਗੀਆਂ। ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸੇਵਾ ਕੇਂਦਰਾਂ ਦੇ ਵਿੱਚ 7 ਵਿਭਾਗਾਂ ਦੀਆਂ 192 ਹੋਰ ਨਾਗਰਿਕ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਲਿੱਤਾ ਹੈ ਤੇ ਇਸ ਦਾ ਉਦੇਸ਼ ਨਾਗਰਿਕਾਂ ਨੂੰ ਸਮਾਂਬੱਧ ਅਤੇ ਪਰੇਸ਼ਾਨੀ ਰਹਿਤ ਨਾਗਰਿਕਾਂ ਸੇਵਾ ਮੁਹੱਈਆ ਕਰਵਾਉਣਾ ਹੈ ਤਾਂ ਕਿ ਉਹਨਾਂ ਨੂੰ ਹਰ ਵਾਰ ਦਫ਼ਤਰਾਂ ਦੇ ਗੇੜੇ ਨਾ ਲਗਾਉਣੇ ਪੈਣ ਤੇ ਇਸ ਸੰਬੰਧੀ ਫੈਸਲਾ ਮੁੱਖ ਸਕੱਤਰ ਬਿੰਨੀ ਮਹਾਜਨ ਦੀ ਪ੍ਰਧਾਨਗੀ ਦੇ ਹੇਠ ਇੱਕ ਉੱਚ ਪੱਧਰੀ ਮੀਟਿੰਗ ਦੇ ਵਿੱਚ ਲਿਆ ਗਿਆ ਤੇ ਸੂਬੇ ਦੇ ਵਿੱਚ ਚੱਲ ਰਹੇ ਪ੍ਰਸ਼ਾਸਨਿਕ ਸੁਧਾਰਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਨੇ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਬਾਰੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਨਾਗਰਿਕਾਂ ਨੂੰ ਸਹੂਲਤ ਲਈ ਸੇਵਾ ਕੇਂਦਰਾਂ ਤੋਂ ਇਹਨਾਂ ਸੇਵਾਵਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਦੀ ਸਰਲ ਬਣਾਉਣ ਦੇ ਨਾਲ ਇਹਨਾਂ ਦੀ ਰੀ ਇੰਜੀਨੀਅਰਿੰਗ ਵੀ ਕੀਤੀ ਜਾਵੇ। ਪੰਜਾਬ ਪੁਲਿਸ ਦੁਆਰਾ ਪਿਛਲੇ ਦਿਨੀ ਪੰਜਾਬ ਦੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਕੋਲਕਾਤਾ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ। ਇਸ ਬਾਰੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਉਕਤ ਗੈਂਗ ਪੰਜਾਬ ਵਿੱਚ ਕਾਫੀ ਸਰਗਰਮ ਸੀ ਅਤੇ ਪੰਜਾਬ ਦੇ ਵਿੱਚ ਕਈ ਘਟਨਾਵਾਂ ਨੂੰ ਅੰਜਾਮ ਦੇ ਚੁੱਕਿਆ ਸੀ। ਇਸ ਲਈ ਪੰਜਾਬ ਪੁਲਿਸ ਨੇ ਸਪੈਸ਼ਲ ਸੈੱਲ ਕ੍ਰਾਈਮ ਕੰਟਰੋਲ ਯੂਨਿਟ ਦੀ ਇੱਕ ਟੀਮ ਬਣਾਈ ਜਿਸ ਨੇ ਆਪਰੇਸ਼ਨ ਜੈਕ ਸ਼ੁਰੂ ਕੀਤਾ ਤੇ ਇਸ ਨੂੰ ਅੰਜਾਮ ਦੇਣ ਦੇ ਲਈ ਪੰਜਾਬ ਪੁਲਿਸ ਨੇ ਹੋਰ ਰਾਜਾਂ ਦੀਆਂ ਪੁਲਿਸਾਂ ਨਾਲ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ ਉਹਨਾਂ ਨੇ ਘਟਨਾ ਬਾਰੇ ਵਿਸਤਾਰ ਨਾਲ ਦੱਸਿਆ। ਤੁਹਾਨੂੰ ਸੁਣਾਉਂਦੇ ਹਾਂ। उसके बाद पंजाब पुलिस ने हमारा जो ऑर्गेनाइज क्राइम कंट्रोल यूनिट है जो करीब 4 साल पहले जब मौजूदा सरकार आई थी उन लोगों ने ये इस्टेब्लिश किया गया था। उसके बाद हमारा इंटरनल सिक्योरिटी विंग इस्टेब्लिश किया गया। हमारा काउंटर इंटेलिजेंस विंग ऑलरेडी फंक्शनल था। सो मिस्टर ढोके मेरे साथ हैं, मेरे साथ मिस्टर अमित प्रसाद भी हैं। तो ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਤੇ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ। ਰੂਰਲ ਕਰੋਨਾ ਵੋਲੰਟੀਅਰਸ ਕਹਿ ਕੇ ਇੱਕ 7 ਬੰਦਿਆਂ ਦਾ ਗਰੁੱਪ ਹਰ ਪਿੰਡ ਦੇ ਵਿੱਚ ਬਣਾਇਆ ਜਾਏ। ਉਹ 7 ਮੈਂਬਰ ਦਾ ਗਰੁੱਪ ਆਪਣੇ ਪਿੰਡਾਂ ਦੇ ਵਿੱਚ ਘੁੰਮੇ ਔਰ ਇਹਦੇ ਵਿੱਚ ਉਹਨਾਂ ਨੂੰ ਐਮਫਸਾਈਜ਼ ਕਰਨਾ ਚਾਹੀਦਾ ਹੈ ਟੈਸਟ ਕਰੋ ਜੈਸੇ ਮੈਂ ਤੁਹਾਨੂੰ ਦੱਸਿਆ। ਜਿੱਥੇ ਫਿਰ ਅਗਰ ਕੋਈ ਪੋਜ਼ਿਟਿਵ ਨਿਕਲਿਆ ਉਹ ਕਿਹਨੂੰ ਮਿਲਿਆ ਉਹਨੂੰ ਟ੍ਰੇਸ ਕਰੋ ਕਿ ਜਾ ਕੇ ਦੇਖੋ ਕਿ ਕਿਹਨੂੰ ਮਿਲਿਆ ਉਹਨੂੰ ਵੀ ਟੈਸਟ ਕਰੋ ਔਰ ਫਿਰ ਜਿਹੜੇ ਕੋਵਿਡ ਪੋਜ਼ਿਟਿਵ ਨੇ ਟ੍ਰੀਟ ਕਰੋ। 3 T's 3 T's ਟੈਸਟ ਟ੍ਰੇਸ ਐਂਡ ਟ੍ਰੀਟ। ਇਹ ਚੀਜ਼ਾਂ ਅਗਰ ਆਪਾਂ ਕਰ ਸਕੀਏ ਤਾਂ ਤੁਸੀਂ ਦੇਖੋ ਇਹਦੇ 'ਚ ਆਪਣੇ ਪਿੰਡ 'ਚ ਔਰ ਮੁਹੱਲਿਆਂ 'ਚ ਕੰਟਰੋਲ ਆ ਸਕਦੀ ਹੈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਰੁਖ ਕਰਦੇ ਹਾਂ ਅਗਲੀ ਖਬਰ ਦੇ ਵੱਲ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਕੈਤ ਨੇ ਕੇਂਦਰ ਸਰਕਾਰ ਦੁਆਰਾ ਪਿਛਲੇ ਦਿਨੀ ਫਸਲਾਂ ਦੇ ਨਿਰਧਾਰਿਤ ਕਈ ਰੇਟਾਂ ਦੇ ਬਾਰੇ ਕਿਹਾ ਕਿ ਸਰਕਾਰ ਨੂੰ MSP ਦੀ ਗਰੰਟੀ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਨੂੰ
ਸਵਾਮੀਨਾਥਨ ਰਿਪੋਰਟ ਵੀ ਲਾਗੂ ਕਰਨੀ ਚਾਹੀਦੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੇ ਮਮਤਾ ਬੈਨਰਜੀ ਦੇ ਨਾਲ ਜੋ ਮੁਲਾਕਾਤ ਕੀਤੀ ਹੈ ਉਸ ਦੇ ਵਿੱਚ ਉਹਨਾਂ ਨੇ ਪ੍ਰਦੇਸ਼ ਦੇ ਵਿੱਚ ਚੱਲ ਰਹੀਆਂ ਕਿਸਾਨਾਂ ਦੇ ਬਾਰੇ ਸਕੀਮਾਂ ਦੇ ਬਾਰੇ ਚਰਚਾ ਕੀਤੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਵਿਰੋਧੀ ਧਿਰ ਜੋ ਹੈ ਕਮਜ਼ੋਰ ਹੈ, ਜਿਸ ਕਰਕੇ ਅਸੀਂ ਹੁਣ ਸੜਕਾਂ ਤੇ ਬੈਠੇ ਹਾਂ ਤੇ ਜੇ ਵਿਰੋਧੀ ਧਿਰ ਮਜ਼ਬੂਤ ਹੁੰਦੀ ਤਾਂ ਉਹਨਾਂ ਨੂੰ ਇਹੋ ਜਿਹਾ ਕਰਨ ਦੀ ਜ਼ਰੂਰਤ ਨਹੀਂ ਸੀ। ਤੇ ਇਸ ਦੌਰਾਨ ਰਾਕੇਸ਼ ਟਕੈਤ ਨੇ ਹੋਰ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ। और खरीद कौन करेगा? ऐसे कर दिया कि जैसे दिल्ली में वहां कोठी में बैठ के और कह दिया जी मैं गंगा जी भी नहाया और मैं सारे तीर्थ कर गया और मक्का मदीना भी चला गया और बस होगा। मैं कहने से तो नहाया कोई गंगा में जाएगा? हरिद्वार तो जब जाएगा ना, जब यहाँ से जाएगा हरिद्वार जाएगा, हर की पेड़ी पे नहाएगा, गोते लगाएगा, या ऐसे ही कहने से ही हो गया? यही हो गया? बढ़िया MSP है, थी रहेगी और हम कहीं के लिए बैठे? फिर यहाँ हम बैठे, हम भी तो इसलिए बैठे कि MSP पे गारंटी कानून बना दो। भाई खरीद कौन करेगा? खरीद या तो सरकार करेगी या बाजार करेगा। आप उस पर कानून बन जाएगा तो बाजार खरीद दो या सरकार खरीद दो, इसके कम पर खरीद नहीं होगी। और ये कौन सा मैकेनिज्म है भाई इतने रेटें बढ़ाए? संतुष्ट नहीं है। पहले तो यह है कि इसकी खरीद तो हो जाए। भाई बढ़ा दी, खरीदेगा कौन उसको? कागजों में बढ़ा दी, उसकी खरीद की गारंटी कौन देगा? हमने यही कहा ना कि सबसे पहले तो इस पे कानून भी बने। वृद्धि करी है तो इसका कानून भी तो बने ना इसका, कि भाई इसकी खरीद बाजार करेगा, इससे कम पर खरीद नहीं करेगा जो इन्होंने रेट निर्धारित करा, या सरकार खरीद दे वो भी इससे कंपनी खरीद करेगी। ये हम कह रहे इसीलिए 7 महीने से बैठे, मतलब एक बात को कहने के लिए 7 महीने से हम यहाँ पे बैठे, इनकी समझ में नहीं आएगी। हाँ ठीक रहा, हमने उनसे पूछा कि यहाँ पे क्या क्या योजनाएं चल रही है और क्या बेहतर योजनाएं हो सकती है बंगाल के किसानों के लिए। उन्हें पूरी योजनाओं का डाटा उन्होंने दिया अपना। तो बड़ा हो चुके एक छोटे जे ब्रेक ਦਾ ਤੇ ਜਲਦ ਹਾਜ਼ਰ ਹੋਵਾਂਗੇ ब्रेक ਤੋਂ ਬਾਅਦ। ਫਤਿਹ ਕਿਟ ਦਿੱਤੇ ਨੇ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਅਗਰ ਤੁਸੀਂ ਪੋਜ਼ਿਟਿਵ ਹੋ, ਸਟੇਜ 1 ਦੇ ਵਿੱਚ ਹੋ, ਲੈਵਲ 1 ਦੇ ਵਿੱਚ ਹੋ, ਆਪਣੇ ਘਰ 'ਚ ਜਾਓ, ਫਤਿਹ ਕਿਟ ਤੁਹਾਨੂੰ ਮਿਲ ਜੂਗਾ। ਬਿਮਾਰੀ ਦਾ ਕੀ ਦਵਾਈ ਲੈਣੀ ਹੈ, ਕੈਸੇ ਲੈਣੀ ਹੈ, ਸਾਰਾ ਕਾਗਜ਼ ਵਿੱਚ ਹੈ। ਕੋਈ ਬੰਦਾ ਆਊਗਾ ਜਿਹੜਾ ਤੁਹਾਨੂੰ ਦੇਊਗਾ ਔਰ ਉਹ ਸਮਝਾਊਗਾ ਵੀ ਤੁਹਾਨੂੰ, ਉਹ ਤੁਸੀਂ ਲਓ। ਫਤਿਹ ਹੋ ਪੰਜਾਬੀਓ, ਫਤਿਹ ਹੋਊਗੀ। राष्ट्र धर्म रात 8 बजे सिर्फ ANB न्यूज पर। खबरनामा, खबर से असर तक शाम 5 बजे सिर्फ ANB न्यूज पर। ब्रेक तो बाद दर्शकों एक बार फिर तो स्वागत है। तो रुख करते हैं अगली खबर के वल। पब्लिक डेमोक्रेसी पार्टी ने न्यू डेमोक्रेसी पार्टी ने बाबा बंदा सिंह बहादुर ते कामरेड अमरीक सिंह पन्नियाद के शहादत दिन समर्पित गुरदासपुर के एक राजनीतिक सम्मेलन आयोजित किया। तो शहीद कामरेड अमरीक सिंह की पत्नी सतवीर कौर ने पार्टी के कर्मचारियों ने शहीद बाबा बंदा सिंह बहादुर ते शहीद कामरेड नूं पंजाब के मुख्यमंत्री कैप्टन अमरिंदर सिंह की कुछ कह रहे हैं, थानू सुनाने। वजीर साथियों और MLA साथियों जो अज इस फंक्शन दे विच शामिल हुए ने और होर लोग जिन्होंने मैं देख नहीं सकता क्योंकि असी तो हुण वर्चुअल कर रहे हैं और दुखी इस मैनू इस गल दा है कि वर्चुअल कॉन्फ्रेंस असी कर रहे हैं। ड्यूटी मेरी बनती सी
कि मैं हर ਜ਼ਿਲ੍ਹੇ ਜਾਵਾਂ, ਤੁਹਾਨੂੰ ਉੱਥੇ ਮਿਲਾਂ ਔਰ ਤੁਹਾਨੂੰ ਉੱਥੇ ਧੰਨਵਾਦ ਕਰਾਂ, ਕਿਉਂਕਿ ਤੁਸੀਂ ਸਾਰਿਆਂ ਨੇ ਹਿੰਮਤ ਕੀਤੀ ਹੈ, ਸਾਡੇ ਟੀਚਰਸ ਨੇ, ਸਾਡੇ ਜੋ ਉੱਥੇ ਸਕੂਲਾਂ 'ਚ ਪੜ੍ਹਾਉਂਦੇ ਹੋ। ਲੇਕਿਨ ਇੱਕ ਤਾਂ ਇਹ ਜਿਹੜੀ ਕੋਰੋਨਾ ਦੀ ਬਿਮਾਰੀ ਹੈ, ਇਹਨੇ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਘਰਾਂ 'ਚ ਬੰਨ੍ਹ ਕੇ ਰੱਖਿਆ ਹੈ, ਔਰ ਦੂਸਰਾ ਹਾਲਾਤ ਇਹ ਇੰਨੇ ਸਾਰੀ ਜਗ੍ਹਾ 'ਚ ਪਹੁੰਚਣਾ ਇੱਕਦਮ ਇੱਕ ਦਿਨ 'ਚ ਮੁਸ਼ਕਿਲ ਸੀ, ਪਰ ਇਹਦੇ ਨਾਲ ਹੁਣ ਸਾਰਿਆਂ ਨਾਲ ਇੱਕ ਪੂਰੇ ਪੰਜਾਬ 'ਚ ਮੈਂ ਗੱਲ ਕਰ ਸਕਿਆ। ਮੈਂ ਇਸ ਲਈ ਇਹ ਅੱਜ ਪ੍ਰੋਗਰਾਮ ਰਖਵਾਇਆ ਸੀ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਿ ਕੇ ਕਿ ਮੈਂ ਥੋੜ੍ਹਾ ਧੰਨਵਾਦ ਕਰਨਾ ਚਾਹੁੰਦਾ ਸੀ ਮਿਨਿਸਟਰ ਸਾਹਿਬ ਤੋਂ ਲੈ ਕੇ, ਸੈਕਟਰੀ ਸਾਹਿਬ ਤੋਂ ਲੈ ਕੇ ਥੱਲੇ ਤੱਕ, ਜੂਨੀਅਰ ਮੋਸਟ ਟੀਚਰ ਜੋ ਹੈ, ਜੂਨੀਅਰ ਮੋਸਟ ਇੰਪਲੋਈ ਜੋ ਸਾਡੇ ਮਹਿਕਮੇ ਦਾ ਹੈ, ਉਹਨਾਂ ਦਾ ਧੰਨਵਾਦ ਕਿ ਤੁਸੀਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਤੁਸੀਂ ਮੇਰੇ ਤੇ ਪਾਉਂਦੇ ਹੋ ਕਿ ਮੈਂ ਕੀਤਾ, ਮੈਂ ਤਾਂ ਕੁਝ ਨਹੀਂ ਕੀਤਾ ਤੁਸੀਂ ਹੈ। ਤੁਸੀਂ ਜਿਹੜੇ ਟੀਚਰਸ ਹੋ, ਜੋ ਪੜ੍ਹਾਉਂਦੇ ਹੋ, ਜੋ ਤੁਸੀਂ ਆਪਣੇ ਐਡਮਿਨਿਸਟ੍ਰੇਟਰਸ ਹੋ, ਜੋ ਸੈਕਟਰੀ ਹੈ, ਜੋ ਮਿਨਿਸਟਰ ਹੈ, ਜੋ ਸਾਰੇ ਤੁਸੀਂ ਆਨੇ ਰਲ ਕੇ ਤੁਸੀਂ ਆਹ ਕੰਮ ਕੀਤਾ ਹੈ, ਇਹ ਤੁਸੀਂ ਪੰਜਾਬ ਦਾ ਨਾਮ ਰੋਸ਼ਨ ਕੀਤਾ। ਔਰ ਇਹ ਪਹਿਲੀ ਵਾਰ ਹੈ ਕਿ ਉੱਤਰ ਭਾਰਤ ਤੋਂ ਕੋਈ ਕਿਸੇ ਵੀ ਰੀਸੈਂਟ ਟਾਈਮਸ ਦੇ ਵਿੱਚ ਕਿਸੇ ਵੀ ਸਟੇਟ ਨੂੰ ਪਹਿਲਾ ਦਰਜਾ ਮਿਲਿਆ ਜੋ ਆਪਣੇ ਪੰਜਾਬ ਨੂੰ ਮਿਲਿਆ। ਹਰ ਚੀਜ਼ ਤੁਸੀਂ ਮੈਨੂੰ ਆંકੜੇ ਦਿੱਤੇ ਨੇ, ਪੜ੍ਹਾ ਕੇ ਵੀ ਸੁਣਾਇਆ ਕਿ ਹਰ ਚੀਜ਼। ਤੇ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਤੇ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ। पूरा देश इस वेले कोरोना दे नाल जंग लड़ रहा है ते पंजाब भी इस जंग दे विच शामिल है। इस लड़ाई दे विच जिथे कैप्टन अमरिंदर सिंह दी अगवाई वाली पंजाब सरकार आम जनता दे नाल मोढा जोड़ के खड़ी है ते उत्थे ही आम जनता भी पंजाब सरकार नूं अपना पूरा योगदान दे रही है ते इस दा नतीजा यह है कि अज पंजाब सेहत सेवावां विच होरनां राज्यां नालों किते ज़्यादा अगे है। इस दा एक सब तो वड्डा उदाहरण फतेह किट है जो कि सेहत विभाग वालों समय सिर लोकां तक पहुंचाई जा रही है। मेरी थोड़े दिन पहला कोविड की रिपोर्ट पॉजिटिव आई सी ते अज मैनू फतेह किट हैल्थ डिपार्टमेंट वालों प्रोवाइड की गई है, जिहदे विच की जरूरत दी सारियां दवाइयां ने। मैं पंजाब सरकार का इस वास्ते बहुत बहुत धन्नवाद करदी हां। दरअसल इस किट विच मरीज दे इलाज लई ਉਹ ਸਾਰੀਆਂ ਦਵਾਈਆਂ ਅਤੇ ਉਪਕਰਨ ਸ਼ਾਮਿਲ ਨੇ ਜਿਸ ਦੇ ਨਾਲ ਮਰੀਜ਼ ਘਰ 'ਚ ਰਹਿ ਕੇ ਹੀ ਕੋਰੋਨਾ ਨੂੰ ਮਾਤ ਦੇ ਸਕਦਾ ਹੈ। ਇਸ ਫਤਿਹ ਕਿਟ ਵਿੱਚ 18 ਚੀਜ਼ਾਂ ਸ਼ਾਮਿਲ ਨੇ, ਜਿਸ ਵਿੱਚ ਡਿਜੀਟਲ ਥਰਮਾਮੀਟਰ, ਸਟੀਮਰ, ਫਿੰਗਰ ਟਿਪ ਪਲਸ ਆਕਸੀਮੀਟਰ, ਵਿਟਾਮਿਨ ਸੀ, ਲਿਮਸੀ, ਜ਼ਿੰਕ ਦੀਆਂ ਗੋਲੀਆਂ, ਵਿਟਾਮਿਨ D3 ਕੈਪਸੂਲ, ਆਯੁਸ਼ ਕਵਾਥ, ਡੋਲੋ ਅਤੇ ਹੋਰ ਦਵਾਈਆਂ ਸ਼ਾਮਿਲ ਨੇ। ਕੋਈ ਪੀੜਤ ਵੀ ਜਦੋਂ ਫੋਨ ਕਰਦਾ ਹੈ ਤਾਂ ਸਿਹਤ ਮਹਿਕਮੇ ਦੇ ਕਰਮਚਾਰੀ ਉਸ ਨੂੰ ਘਰ ਜਾ ਕੇ ਫਤਿਹ ਕਿਟ ਮੁਹੱਈਆ ਕਰਵਾਉਂਦੇ ਨੇ। ਉਹਨਾਂ ਦੇ ਜਿਹੜੇ ਮਰੀਜ਼ ਪੋਜ਼ਿਟਿਵ ਆਉਂਦੇ ਨੇ ਉਹਨਾਂ ਨੂੰ ਇੱਥੋਂ ਟਰੂ ਕਾਰਨਰ ਤੋਂ ਕਿਟ ਇਸ਼ੂ ਹੁੰਦੀ ਹੈ। ਲਿਸਟ ਦੇ ਮੁਤਾਬਿਕ ਸਾਡੇ ਹੈਲਥ ਵਰਕਰ ਨੇ ਉਹ ਘਰ ਜਾ ਕੇ ਕਿਟ ਪ੍ਰੋਵਾਈਡ ਕਰਦੇ ਆ ਬੈਨੀਫਿਸ਼ਰੀ ਨੂੰ। ਇਸ ਕਿਟ ਵਿੱਚ ਕਰੋਨਾ ਦੇ ਲਈ ਜਿਹੜੇ ਮਰੀਜ਼ ਨੂੰ ਸਮਾਨ ਦਵਾਈਆਂ ਦੀ ਜ਼ਰੂਰਤ ਹੈ ਉਹ ਸਾਰੀ ਦਿੱਤੀ ਗਈ ਹੈ। ਦਰਅਸਲ ਹੋਮ ਕੁਆਰੰਟਾਈਨ ਮਰੀਜ਼ਾਂ ਲਈ ਫਤਿਹ ਕਿਟ ਵਰਦਾਨ ਸਾਬਤ ਹੋ ਰਹੀ ਹੈ ਤੇ ਇਨ੍ਹਾਂ ਕਿਟਾਂ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਕੋਰੋਨਾ ਦੇ ਖਿਲਾਫ ਜੰਗ ਵਿੱਚ ਕਿਤੇ ਹੀ ਅੱਗੇ ਨਿਕਲ ਚੁੱਕਾ ਹੈ। ਲਾਜ਼ਮੀ ਤੌਰ ਤੇ ਪੰਜਾਬ ਫਤਿਹ ਕਿਟ ਨਾਲ ਵੀ ਇੱਕ ਦਿਨ ਜ਼ਰੂਰ ਕੋਰੋਨਾ ਤੇ ਫਤਿਹ ਪਾਏਗਾ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ। ਪੰਜਾਬ ਨੂੰ ਸਰਕਾਰਾਂ ਦੁਆਰਾ ਬਿਜਲੀ ਸਰਪ੍ਰਸਤ ਸੂਬਾ ਵੀ ਕਿਹਾ ਜਾਂਦਾ ਹੈ ਤੇ ਸੂਬੇ ਵਿੱਚੋਂ ਬਾਹਰਲੇ ਰਾਜਾਂ ਜਾਂ ਹੋਰ ਦੇਸ਼ਾਂ ਨੂੰ ਵੇਚਣ ਦੀ ਗੱਲ ਵੀ ਕਹੀ ਜਾ ਰਹੀ ਹੈ। ਪਰ ਗਰਮੀ ਦੇ ਸੀਜ਼ਨ ਹਜੇ ਸ਼ੁਰੂ ਹੀ ਹੋਇਆ ਸੀ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬਿਜਲੀ ਦੀ ਪੂਰਤੀ ਨਹੀਂ ਹੁੰਦੀ। ਅਜਿਹਾ ਇੱਕ ਮਾਮਲਾ ਸਰਹੰਦ ਤੋਂ ਸਾਹਮਣੇ ਆ ਰਿਹਾ ਜਿੱਥੇ ਟਰਾਂਸਫਾਰਮ ਸੜ ਜਾਣ ਦੇ ਕਾਰਨ ਬਿਜਲੀ ਦੀ ਜੋ ਗੱਲ ਕੱਟੀ ਜਾ ਰਹੀ ਹੈ, ਬਿਜਲੀ ਕੱਟੀ ਜਾ ਚੁੱਕੀ ਹੈ। ਇਸ ਤੋਂ ਬਾਅਦ ਸ਼ਹਿਰ ਨਾ ਬਿਜਲੀ ਤਾਰਾਂ, ਨਾ ਪੱਖੇ, ਨਾ ਡੈਸਕ, टाट बिछाई बैठे ने दो बच्चे और एक छोटा जिहा ब्लैक बोर्ड सामने सी चौक्स के नाल। कोई टॉयलेट नहीं, कोई पानी पीने का कोई प्रबंध नहीं, कुछ भी नहीं। सिर्फ एक छोटा जिहा मकान जिहा सी, बिल्कुल खाली सब कुछ अंदर, दैट इज़ स्कूल। तो मैं सोचा अपने आप नूं कि देखो
कितनी डिफरेंसीएशन है बिटवीन प्राइवेट एजुकेशन एंड इस एजुकेशन और अपने बच्चे ਜਿਹੜੇ ਗਰੀਬ ਘਰਾਂ ਦੇ ਨੇ ਉਹ कैसे ਅੱਗੇ ਵਧਣਗੇ ਅਗਰ ਇਹ ਜਿਹੇ ਸਕੂਲਾਂ ਦੇ ਵਿੱਚ ਹੋਣ ਔਰ ਜਾ ਕੇ ਜਦੋਂ ਗਰਮੀ ਹੁੰਦੀ ਹੈ ਬਾਹਰ ਤੁਸੀਂ ਕਿਸੇ ਦਰਖਤ ਦੇ ਥੱਲੇ ਬਿਠਾ ਕੇ ਉਹਨਾਂ ਨੂੰ ਪੜਾਉਣ ਲੱਗ ਜਾਓ ਆਹ ਤਰੀਕਾ ਨਹੀਂ ਹੈ ਔਰ ਉਦੋਂ ਮੇਰੇ ਮਨ 'ਚ ਰਹੀ ਇਹ ਗੱਲ ਤਾਂ ਜਦੋਂ ਵੀ ਅਸੀਂ ਸਾਡੀ ਗਵਰਨਮੈਂਟ ਬਣੀ ਉਦੋਂ ਤੋਂ ਹੀ ਮੈਂ ਸ਼ੁਰੂ ਕੀਤਾ ਕਿ ਆਪਾਂ ਨੇ ਵੀ ਹੈਵ ਟੂ ਟੋਟਲੀ ਆਪਾਂ ਨੂੰ ਇਹੋ ਜਿਹੀ ਚੇਂਜ ਐਜੂਕੇਸ਼ਨ ਸਿਸਟਮ 'ਚ ਲਿਆਉਣੀ ਪਊ ਤਾਂ ਕਿ ਆਪਾਂ ਆਪਣੇ ਆਉਣ ਵਾਲੀ ਪੀੜ੍ਹੀ ਵਾਸਤੇ ਆਪਾਂ ਤਿਆਰੀ ਕਰੀਏ ਆਉਣ ਵਾਲੀ ਉਹਨਾਂ ਦੀ ਪੀੜ੍ਹੀ ਦੇ ਜਿਹੜੇ ਕੰਮ ਨੇ ਜੋ ਉਹਨਾਂ ਨੇ ਕਰਨੇ ਨੇ ਉਹਨਾਂ ਵਾਸਤੇ ਤਿਆਰੀ ਕਰੀਏ ਇੰਗਲਿਸ਼ ਨੂੰ ਲਿਆਉਣਾ ਹੁਣ ਸਪੋਰਟਸ ਤੁਸੀਂ ਆਪਣੀ ਜ਼ਿਕਰ ਕੀਤਾ ਸਪੋਰਟਸ ਦੇ ਬਾਰੇ ਦੇਖੋ ਸਪੋਰਟਸ ਇੱਕ ਕੈਰੈਕਟਰ ਬਿਲਡਿੰਗ ਮੈਕੈਨਿਜ਼ਮ ਹੈ ਔਰ ਉਹ ਕੈਰੈਕਟਰ ਆਪਾਂ ਨੂੰ ਹਰ ਚੀਜ਼ ਦੇ ਵਿੱਚ ਚਾਹੀਦਾ ਹੈ ਚਾਹੇ ਤੁਸੀਂ ਫੌਜ ਵਿੱਚ ਜਾਓ ਤੁਸੀਂ ਕੋਈ ਪ੍ਰਾਈਵੇਟ ਸੈਕਟਰ ਦੇ ਕਿਸੇ ਕੰਮ ਵਿੱਚ ਜਾਓ ਯੂ ਨੀਡ ਕੈਰੈਕਟਰ ਇੱਕ ਯਾਦ ਹੈ ਮੈਨੂੰ ਮੈਂ ਮਿਲਟਰੀ ਹਿਸਟਰੀ ਦਾ ਇੱਕ ਸਟੂਡੈਂਟ ਹੈ ਇੱਕ ਯਾਦ ਹੈ ਕਿ ਜਦੋਂ ਤੁਸੀਂ ਕੋਈ ਪੜ੍ਹੇਗਾ ਮਿਲਟਰੀ ਹਿਸਟਰੀ ਔਰ ਤੁਸੀਂ ਯੂ ਸੀ ਜਦੋਂ ਨੈਪੋਲੀਅਨ ਦੀ ਫਾਈਨਲ ਡਿਫੀਟ ਹੋਈ ਸੀ ਵਾਟਰਲੂ ਦੇ ਵਿੱਚ ਉੱਥੇ ਲਿਖਿਆ ਗਿਆ ਸੀ ਕਿ ਦ ਬੈਟਲ ਆਫ ਵਾਟਰਲੂ was won on the playing fields of Eton college ਇੱਕ ਹੁੰਦਾ ਸੀ UK 'ਚ ਔਰ ਕੁਦਰਤੀ ਤੌਰ ਤੇ ਸਾਰੇ ਜਨਰਲ ਜੋ ਉਸ ਬੈਟਲ ਦੇ ਵਿੱਚ ਹੋਏ ਸੀ ਉਸ ਕਾਲਜ ਦੇ ਵਿੱਚੋਂ ਆਏ ਸੀ ਬ੍ਰੇਕ ਦਾ ਤੇ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ कोरोना वायरस ਨੂੰ ਅਸੀਂ ਤਾਂ ਹੀ ਹਰਾ ਸਕਦੇ ਹਾਂ ਜੇਕਰ ਅਸੀਂ ਆਪਣੇ ਵੱਧ ਤੋਂ ਵੱਧ ਟੈਸਟ ਕਰਵਾਵਾਂਗੇ ਤੇ ਵੈਕਸੀਨੇਸ਼ਨ ਲਗਵਾਵਾਂਗੇ जैसे ਤੁਹਾਨੂੰ ਕੋਈ ਥੋੜੀ ਬਿਮਾਰੀ ਵੀ ਲੱਗੇ ਤੁਹਾਨੂੰ ਲੱਗੇ ਕਿ ਮੈਨੂੰ ਮੇਰੀ ਛਾਤੀ 'ਚ ਦਰਦ ਹੈ ਜਾਂ ਮੈਨੂੰ ਖਾਂਸੀ ਹੋ ਗਈ ਜਾਂ ਮੈਨੂੰ ਜ਼ੁਕਾਮ ਹੋ ਗਿਆ ਜਾਂ ਮੇਰਾ ਬਦਨ ਦਰਦ ਹੈ ਤੁਸੀਂ ਵੇਟ ਨਾ ਕਰੋ ਟੈਸਟ ਕਰਾਓ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਦੇ ਪਿੰਡਾਂ ਵਿੱਚ ਵੈਕਸੀਨੇਸ਼ਨ ਡਰਾਈਵ ਚਲਾਈ ਗਈ ਹੈ ਤਾਂ ਜੋ 18 ਸਾਲ ਤੋਂ ਉੱਪਰ ਦੇ ਸਾਰੇ ਲੋਕ ਜਲਦ ਤੋਂ ਜਲਦ ਆਪਣੀ ਵੈਕਸੀਨੇਸ਼ਨ ਕਰਵਾ ਸਕਣ ਪੂਰੇ ਪੰਜਾਬ ਦੇ ਪਿੰਡਾਂ ਲਈ ਕੋਵਿਡ ਟੈਸਟਿੰਗ ਕੇਂਦਰ ਸਥਾਪਿਤ ਕੀਤੇ ਗਏ ਨੇ ਜੇਕਰ ਤੁਹਾਨੂੰ ਬੁਖਾਰ ਜ਼ੁਕਾਮ ਜਿਹੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਆਪਣਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਓ ਕੋਰੋਨਾ ਸੰਬੰਧੀ ਜਾਣਕਾਰੀ ਲਈ 104 ਹੈਲਪਲਾਈਨ ਤੇ ਕਾਲ ਕਰੋ ਤਾਂ ਤੁਸੀਂ ਪਲੀਜ਼ ਇਸ ਗੱਲ ਤੋਂ ਹੁਣ ਮੇਰੀ ਗੱਲ ਮੰਨੋ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੇ ਪਰਿਵਾਰਾਂ ਨੂੰ ਬਚਾਉਣਾ ਹੈ ਆਪਣੇ ਪਿੰਡ ਨੂੰ ਬਚਾਉਣਾ ਹੈ ਤੁਸੀਂ ਆਪਣੇ ਮੁਹੱਲਿਆਂ ਨੂੰ ਬਚਾਉਣਾ ਹੈ ਤੁਸੀਂ ਜੋ ਦੱਸਿਆ ਡਾਕਟਰਾਂ ਨੇ ਕਰੋ ਹਿਦਾਇਤਾਂ ਦੀ ਪਾਲਣਾ ਕਰਕੇ ਆਓ ਮਿਲ ਕੇ ਕਰੀਏ ਕੋਰੋਨਾ ਤੇ ਫਤਿਹ ਇਹੀ ਹੈ ਸਾਡਾ ਮਿਸ਼ਨ ਫਤਿਹ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਨੂੰ ਮੁੜ ਜੋੜਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੈਨੇਡਾ ਪਹੁੰਚ ਕੇ ਅਮਰੀਕਾ ਪਹੁੰਚ ਕੇ 14 ਘੰਟਿਆਂ ਦੇ ਵਿੱਚ ਤੁਸੀਂ ਸਾਰੀ ਦੁਨੀਆ ਦੇ ਵਿੱਚ ਪਹੁੰਚ ਸਕਦੇ ਹੋ ਇਸ ਕਿਸਮ ਦੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਵਰਲਡ ਇਜ਼ ਬਿਕਮ ਸਮਾਲਰ ਸਮੇਂ ਆਏਗਾ ਕਿ ਇਸ 14 ਘੰਟੇ ਵੀ 4 ਘੰਟੇ ਰਹਿ ਜਾਣੇ ਨੇ ਇਹ ਜਿਹੜੀ ਨਵੇਂ ਕਿਸਮ ਦੀ ਐਵੀਏਸ਼ਨ ਦੇ ਵਿੱਚ ਇਹ ਸਭ ਕੁਝ ਬਣ ਰਿਹਾ ਹੈ ਸੋ ਵੀ ਹੈਵ ਟੂ ਕੀਪ ਪੇਸ ਤਾਂ ਮੈਂ ਇੱਕ ਗੱਲ ਸੁਜੈਸ਼ਨ ਦੇਵਾਂਗਾ ਆਈ ਡੋਂਟ ਨੋ ਇਫ ਇਟ ਇਜ਼ ਫੀਜ਼ੀਬਲ ਬਟ ਲੈਟ ਅਸ ਅਟੈਂਪਟ ਕਿ ਆਪਾਂ ਨੇ ਹੁਣ ਅੰਗਰੇਜ਼ੀ ਸ਼ੁਰੂ ਕਰ ਦਿੱਤੀ ਹੈ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ ਆਪਸ਼ਨ ਆਪਣੇ ਬੱਚਿਆਂ ਕੋਲ ਦੀ ਹੈ ਕਿ ਪੰਜਾਬੀ ਕਰਨੇ ਪੰਜਾਬੀ ਵਿੱਚ ਤੁਸੀਂ ਸਿੱਖਣਾ ਹੈ ਜਾਂ ਤੁਸੀਂ ਅੰਗਰੇਜ਼ੀ ਵਿੱਚ ਸਿੱਖਣਾ ਹੈ ਪੰਜਾਬੀ ਤਾਂ ਜ਼ਰੂਰ ਆਪਾਂ ਨੂੰ ਸਾਰਿਆਂ ਨੂੰ ਸਿਖਾਉਣੀ ਹੈ ਆਪਣੀ ਮਾਂ ਬੋਲੀ ਹੈ ਉਹਨੂੰ ਆਪਾਂ ਨਹੀਂ ਭੁੱਲ ਸਕਦੇ ਲੇਕਿਨ ਅੰਗਰੇਜ਼ੀ ਹੈ ਕਿਉਂਕਿ ਆਪਾਂ ਅਗਰ ਅੱਜ ਉਰੇ ਵੀ ਜਾਈਏ ਇੱਥੇ ਤੁਸੀਂ ਜਾਓ ਮਦਰਾਸ ਦੇ ਵਿੱਚ ਤੁਸੀਂ ਕੀ ਬੋਲੋਗੇ ਉੱਥੇ ਪੰਜਾਬੀ ਦਾ ਕੋਈ ਸਮਝਦਾ ਨਹੀਂ ਤਾਂ ਅੰਗਰੇਜ਼ੀ 'ਚ ਬੋਲਣਾ ਪਊ ਤੁਹਾਨੂੰ ਬੰਗਾਲ ਜਾਓਗੇ ਜਾਂ ਕਿਤੇ ਹੋਰ ਜਾਓਗੇ ਜਾਂ ਦੁਨੀਆ ਦੇ ਵਿੱਚ ਬਾਹਰ ਜਾਓਗੇ ਅੰਗਰੇਜ਼ੀ ਹੈਲਪ ਕਰਦੀ ਹੈ ਲੇਕਿਨ ਦੁਨੀਆ ਹੁਣ ਡਿਵੈਲਪ ਕਰ ਰਹੀ ਹੈ ਬਹੁਤ ਹੋਰ ਕਿਸਮ ਦੀ ਚਾਈਨਾ ਇੱਕ ਬਹੁਤ ਬੜਾ ਮੁਲਕ ਬਣ ਰਿਹਾ ਅਰਬ ਏਰੀਆ ਸਾਰਾ ਮਿਡਲ ਈਸਟ ਅਰਬਿਕ ਏਰੀਆ ਇਜ਼ ਇਟ ਪੋਸੀਬਲ ਟੂ ਕੰਸੀਡਰ ਮੈਂ ਸਿੰਘਲਾ ਸਾਹਿਬ ਨੂੰ ਕਹਿ ਰਿਹਾ that maybe ਆਪਾਂ ਇਸ ਨੂੰ some sort of as a not as a curriculum subject ਲੇਕਿਨ just as an optional subject ਜੋ ਬੱਚੇ ਕੋਈ foreign language ਕੋਈ ਸਿੱਖਣਾ ਚਾਹਣ ਚਾਈਨੀਜ਼ ਸਿੱਖੋ ਅਰਬਿਕ ਸਿੱਖੋ ਮੈਂ ਇੱਕ ਵਾਰ ਕਪੂਰਥਲੇ ਤੋਂ ਆ ਰਿਹਾ ਸੀ ਵਾਪਸ ਔਰ ਇੱਕ ਛੋਟੇ ਜਿਹੇ ਉੱਥੇ ਮੋੜ ਦੇ ਉੱਪਰ ਉੱਥੇ ਲਿਖਿਆ ਸੀ ਫੱਟਾ ਲੱਗਿਆ ਹੋਇਆ ਸੀ ਜਿਹਨੇ ਇਟਾਲੀਅਨ ਸਿੱਖਣਾ ਇੱਧਰ ਨੂੰ ਆ ਜਾਓ ਤਾਂ ਮੇਰਾ ਮਤਲਬ ਕਿ ਉਹ ਉੱਥੇ ਆਪਣੇ ਲੋਕ ਐਨੇ ਹੁਣ ਕਿਹੜਾ ਦੇਸ਼ ਹੈ ਜਿੱਥੇ ਆਪਣੇ ਲੋਕ ਨਹੀਂ ਬੈਠੇ ਸਾਰੇ ਕਿਤੇ ਤੁਸੀਂ ਜਾਓ ਸਾਰੇ ਆਪਣੇ ਪੰਜਾਬੀ ਉੱਥੇ ਬੈਠੇ ਨੇ ਅਤੇ ਉੱਥੇ ਕੋਈ ਕਪੂਰਥਲੇ ਵਾਲਾ ਹੋਣਾ ਜਿਹੜਾ ਉੱਥੇ ਗਿਆ ਹੋਣਾ ਉਹ ਆ ਕੇ ਹੁਣ ਉੱਥੇ ਸਿਖਾ ਰਿਹਾ ਸੀ ਇਟਾਲੀਅਨ ਉਹਨਾਂ ਨੂੰ ਉੱਥੇ
तो इस किस्म की ਜਿਹੜੀ मेजर लैंग्वेजेस ने अगर पॉसिबिलिटी है, मैनू पता है टीचर्स की शॉर्टेज होएगी इस शायद एक डिस्ट्रिक्ट एक कर लिया या एक ब्लॉक फाइनली एक ब्लॉक च एक कर लिए, शुरुआत करिए किसी तरह ताकि वो बच्चे अगर ये मीडियम मिडिल स्कूल तो आप अगर आप करन लग जाइए और ऑप्शन उन्होंने दे दिए नहीं सीखना ना सीखण, अगर करना चाहो जैसे एक्स्ट्रा करिकुलर एक्टिविटी होंदी है ਉਹਦੇ ਵਿੱਚ एक सब्जेक्ट रख लो एंड ਉਹਦੇ ਵਿੱਚ करके उन्होंने ऑप्शन दे दो, क्योंकि शायद उन्होंने ख्वाहिश है कि ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ। और चाइना इज़ बिकमिंग अ वेरी इंपॉर्टेंट कंट्री फॉर अस एंड चाइना तो इलावा थोड़ा ਜਿਹੜੇ ਹੋਰ कंट्री होर मिडल ईस्ट इज़ अरबिक, होर कोई तुसी फ्रेंच करना है, तुसी यूरोप के फ्रेंच बड़ा चलता है, किते बाहरले मुल्कां तुसी जाना है एनी सबजैक्ट जिथे तुसी सोचते हो कि थोड़े कोई बजुर्ग बैठे ने या कोई परिवार के मैंबर बैठे ने कि तुसी उत्थे इवेंचुअली तुसी जाना चाਹੁੰਦੇ हो, अगर वी कैन थिंक ऑफ समथिंग सिंगला साहब ਜਿਹਦੇ ਵਿੱਚ ਆਪਾਂ सम सब्जेक्ट्स 2 3 4 सब्जेक्ट्स किते ਆਪਾਂ करके लेट अस गिव एन अपॉर्चुनिटी टू चिल्ड्रन कि अगर ये कर सकते हैं। दूसरा स्पोर्ट्स डिपार्टमेंट के नाल तुसी कोऑर्डिनेट करके लेट अस सी हाउ वी कैन गेट स्पोर्ट्स मूविंग, और जब तुसी स्पोर्ट्स करोगे यू नो एक बार कंपैटिटिव स्पिरिट हो जाएगा, तुसी एक ब्लॉक ए दे विच टीम ब्लॉक बी नाल लड़दी होए तुसी देखना किस तरीके नाल लोगों का उत्थे आके सच्चा बदूगा। असी सारे करते थे स्कूल च, जब साडा किसी होर स्कूल नाल हुंदा सी, जैसे स्कूल आउंदा सी और अगर स्कूल जित जाता तो असी सारे खुशियां मनाउंदे सी, अगर हार जाता सारा ही सानू दुख हुंदा सी। सो इट इज़ द स्पिरिट जिहड़े विच सानू बिल्डअप करन दी ये लोड़ सी। सो मैनू खुशी है what we have achieved, the way we have done it, तुसी अपनी दस्ती that this favoritism administration ਦੇ ਵਿੱਚ ਸਭ ਤੋਂ ਮਾੜੀ ਚੀਜ਼ ਹੈ। You should never have favoritism, you go by merit, और तुसी ਅੱਜ अपने टीचर्स ਦੀ ट्रांसफर वगैरह इंटायरली ऑन मेरिट करेगा, किसी ਨੂੰ दुख नहीं लगता। ਜਿਹੜਾ फेवरेटिज्म है चाहे किते होए किसी महकमे भी होए, आई थिंक इट इज़ द वर्स्ट थिंग इन द वर्ल्ड कि फेवरेटिज्म तुसी करो। तुसी अपनी जो ड्यू है लोग बंदियां दी ਉਹ ਨਾ ਰੋਕੋ, ਉਹ ਦਿਓ, बट नॉट बाय फेवरेटिज्म, एंड दैट आई थिंक यू हैव तुसी ਇਹਦੇ ਵਿੱਚ ਕੰਪਲੀਟ ਕਰ ਦਿੱਤਾ। ਮੈਨੂੰ ਇਹ ਵੀ ਖੁਸ਼ੀ ਹੈ ਕਿ ਬਾਰਡਰ ਏਰੀਆਜ਼ ਦੇ ਵਿੱਚ ਤੁਸੀਂ ਆਪਣਾ ਇੱਕ ਸਪੈਸ਼ਲ ਕਾਡਰ ਬਣਾਇਆ। ਮੈਨੂੰ ਯਾਦ ਹੈ, ਤੁਹਾਨੂੰ ਯਾਦ ਹੈ ਕਈ 3 ਸਾਲ ਦੀ ਗੱਲ ਹੋਣੀ ਹੈ 2 ਸਾਲ ਦੀ ਗੱਲ, ਜਦੋਂ ਉੱਥੇ ਪਾਕਿਸਤਾਨ ਦੇ ਨਾਲ ਸਾਡੀ ਖਟਪਟ ਹੋਈ ਸੀ ਥੋੜੀ ਬਹੁਤੀ, ਉਹਨਾਂ ਨੇ ਵੀ ਫੌਜਾਂ ਅੱਗੇ ਚੜਾਤੀਆਂ, ਅਸੀਂ ਵੀ ਚੜਾਤੀਆਂ ਇੱਧਰੋਂ, ਤੇ ਮੈਂ ਉਹ ਜਿਹੜਾ ਬੰਦ ਹੈ ਪਾਕਿਸਤਾਨ ਦਾ ਔਰ ਸਾਡੇ ਬੰਦ ਦੇ ਉੱਪਰੋਂ ਇੱਕ ਪਾਸਿਓਂ ਚੱਲ ਕੇ ਦੂਜੇ ਅੰਮ੍ਰਿਤਸਰ ਤੱਕ ਜਾ ਰਿਹਾ ਸੀ, और रस्ते 2-3 पिंडा वाले उत्थे मैं रुकिया, मैं उन्होंने पूछा, मैं क्या उरे की हाल है थोड़े स्कूलों का, कहते स्कूल आ पिया जी, स्कूल खाली पिया, ना कोई बच्चे ना कोई टीचर। उदों आके असीं कहा सी कि बॉर्डर एरिया तुसीं ये टीचरां नूं पहुंचाओ, उत्थे बॉर्डर एरिया पहुंचण एंड उत्थे जाके तुसीं उन्हां नूं उत्थे सिखाओ बच्चों नूं, नहीं तो साडे बॉर्डर एरिया सब कुछ रह जाऊगा उत्थे, ना उत्थे कोई हॉस्पिटल ना कोई डिस्पेंसरी ना कोई इत्थे स्कूल, की होएगा साडे बॉर्डर एरियाज़ दा। ਤੇ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਤੇ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ।